ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਮਾਲੜੀ ਪੰਜਾਬ ਦੇ ਦੁਆਬਾ ਖੇਤਰ ਦੇ ਇਤਿਹਾਸਿਕ ਸ਼ਹਿਰ ਨਕੋਦਰ ਤੋਂ ਪਹਾੜ ਵਾਲੇ ਪਾਸੇ ਜਲੰਧਰ ਨੂੰ ਜਾਣ ਵਾਲੀ ਸੜਕ ਤੋਂ 2 ਕਿਲੋਮੀਟਰ ਦੂਰ ਲਹਿੰਦੇ ਵੱਲ ਵਸਿਆ ਹੈ। ਇਸ ਪਿੰਡ ਵਿੱਚ ਜਗਤ ਪ੍ਰਸਿੱਧ ਸਥਾਨ ਗੁਰਦੁਆਰਾ ਮਾਲੜੀ ਸਾਹਿਬ ਬਾਬਾ ਮੱਲ ਜੀ ਸੁਸ਼ੋਭਿਤ ਹੈ। ਇਸ ਦੀ ਆਪਣੀ ਮਹਾਨਤਾ ਹੈ ਕਿ ਇਸ ਨਗਰ ਵਿੱਚ ਸੰਤ ਸੁਭਾਅ, ਨਿਸ਼ਕਾਮ ਸੇਵਕ ਤੇ ਕਿਰਤ ਕਰਕੇ ਜੀਵਨ ਨਿਰਵਾਹ ਕਰਨ ਵਾਲੀ ਸੱਚੀ ਸੁੱਚੀ ਆਤਮਾ ਵਸਦੀ ਸੀ, ਜਿਸ ਨੂੰ ਬਾਬਾ ਮੱਲ ਜੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਬਾਬਾ ਮੱਲ ਜੀ ਦਾ ਜਨਮ ਲਾਹੌਰ ਵਿੱਚ 1499 ਈਸਵੀ ਨੂੰ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਦੌਲਾ ਅਤੇ ਮਾਤਾ ਦਾ ਨਾਮ ਨਰੈਣਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਬਾਬਾ ਮੱਲ ਜੀ ਦਾ ਜਨਮ ਨਗਰ ਮਾਲੜੀ ਵਿੱਚ ਹੀ ਹੋਇਆ, ਜੋ ਕਿ ਉਸ ਸਮੇਂ ਦੀ ਮੋਚੀ ਜਾਤੀ ਨਾਲ ਸੰਬੰਧ ਰੱਖਦੇ ਹਨ। ਇਹ ਕਿੱਤਾ ਉਹਨਾਂ ਦਾ ਪਿਤਾ ਪੁਰਖੀ ਕਿੱਤਾ ਸੀ। ਬਾਬਾ ਮੱਲ ਜੀ ਆਪਣੀ ਇੱਕ ਕੁਟੀਆ ਵਿੱਚ ਜੋੜੇ ਸਿਉਣ ਦਾ ਕੰਮ ਕਰਦੇ ਤੇ ਹਮੇਸ਼ਾ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ਪਿੰਡ ਮਾਓ ਦੇ ਵਸਨੀਕ ਕਿਸ਼ਨ ਚੰਦ ਤੇ ਮਾਤਾ ਧਨਵੰਤੀ ਦੀ ਬੇਟੀ ਗੰਗਾ ਜੀ ਨਾਲ ਸੰਨ 1599 ਈਸਵੀ ਨੂੰ ਹੋਣੀ ਮੁਕਰਰ ਹੋਈ ਸੀ। ਗੁਰੂ ਜੀ ਅੰਮ੍ਰਿਤਸਰ ਤੋਂ ਬਰਾਤ ਲੈ ਕੇ ਰਾਹ ਵਿੱਚ ਪੜਾਅ ਕਰਦੇ ਹੋਏ ਮਾਓ ਸਾਹਿਬ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨੇ ਇੱਕ ਪੜਾਅ ਪਿੰਡ ਮਾਲੜੀ ਵਿਖੇ ਬਾਬਾ ਮੱਲ ਜੀ ਦੇ ਸਥਾਨ 'ਤੇ ਕੀਤਾ। ਬਾਬਾ ਮੱਲ ਜੀ ਨੇ ਗੁਰੂ ਜੀ ਦੇ ਚਰਨੀ ਸੀਸ ਨਿਵਾਇਆ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਆਨੰਦ ਮਹਿਸੂਸ ਕੀਤਾ। ਬਾਬਾ ਮੱਲ ਜੀ ਨੇ ਸਾਰੇ ਬਰਾਤੀ ਗੁਰਸਿੱਖਾਂ ਦਾ ਬਹੁਤ ਹੀ ਮਾਣ ਸਨਮਾਨ ਕੀਤਾ ਤੇ ਜਲਪਾਨ ਕਰਾਇਆ। ਇਸ ਜਗ੍ਹਾ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਮੱਲ ਜੀ ਤੇ ਹੋਰ ਬਰਾਤੀ ਸੱਜਣਾ ਨੇ ਕਥਾ ਕੀਰਤਨ ਕੀਤਾ ਤੇ ਇਲਾਕੇ ਦੀਆਂ ਹੋਰ ਸੰਗਤਾਂ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਇਸੇ ਸਥਾਨ 'ਤੇ ਇਕੱਤਰ ਹੋ ਗਈਆਂ। ਬਾਬਾ ਮੱਲ ਜੀ ਨੇ ਆਪਣੇ ਹੱਥੀਂ ਤਿਆਰ ਕੀਤਾ ਹੋਇਆ ਸੁੰਦਰ ਜੋੜਾ ਗੁਰੂ ਜੀ ਦੇ ਚਰਨਾਂ ਵਿੱਚ ਭੇਂਟ ਕੀਤਾ। ਗੁਰੂ ਜੀ ਨੂੰ ਜੋੜਾ ਪਹਿਨਾ ਕੇ ਬਾਬਾ ਮੱਲ ਜੀ ਨੇ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ। ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਦਾਤਾਰ ਪਾਤਸ਼ਾਹ ਜੀ, ਮੇਰੇ ਸਰੀਰ ਵਿੱਚ ਦਰਦਾਂ ਦਾ ਰੋਗ ਹੈ, ਜਿਸ ਕਰਕੇ ਮੈਂ ਚੱਲਣ ਫਿਰਨ ਤੋਂ ਅਸਮਰੱਥ ਹੁੰਦਾ ਜਾ ਰਿਹਾ ਹਾਂ। ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਮੇਰਾ ਦਰਦਾਂ ਦਾ ਰੋਗ ਦੂਰ ਕਰਕੇ ਮੈਨੂੰ ਕਿਰਤਾਰਥ ਕਰੋ। ਮੈਂ ਬਹੁਤ ਦਵਾ ਦਾਰੂ ਵੀ ਕੀਤੀ ਹੈ ਤੇ ਕਈ ਮੰਨਤਾਂ ਵੀ ਮੰਨ ਚੁੱਕਾ ਹਾਂ, ਪਰ ਕੋਈ ਫਰਕ ਨਹੀਂ ਪਿਆ, ਸਗੋਂ ਦਿਨ ਪ੍ਰਤੀ ਦਿਨ ਦੁੱਖ ਜ਼ਿਆਦਾ ਹੀ ਵੱਧਦਾ ਜਾ ਰਿਹਾ ਹੈ। ਮੇਰੇ 'ਤੇ ਕਿਰਪਾ ਕਰੋ ਕਿ ਮੇਰਾ ਇਹ ਰੋਗ ਜਾਂਦਾ ਰਹੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੱਲ ਜੀ ਦੇ ਸ਼ਰਧਾ ਭਰੇ ਬਚਨ ਸੁਣ ਕੇ ਕਿਹਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਬਚਨ ਦਿੰਦੇ ਹਾਂ ਕਿ ਤੇਰੇ ਸਰੀਰ ਵਿੱਚ ਜੋ ਦਰਦਾਂ ਦਾ ਰੋਗ ਹੈ, ਜਿਸ ਕਰਕੇ ਤੇਰਾ ਸਾਰਾ ਸਰੀਰ ਜਕੜਿਆ ਹੋਇਆ ਹੈ, ਇਹ ਦਰਦਾਂ ਠੀਕ ਹੋ ਜਾਣਗੀਆਂ। ਅਤੇ ਨਾਲ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਰ ਵੀ ਦਿੱਤਾ ਕਿ ਜੋ ਕੋਈ ਵੀ ਸਰੀਰਕ ਦਰਦਾਂ ਦਾ ਮਾਰਿਆ ਰੋਗੀ ਤੇਰੇ ਇਸ ਸਥਾਨ 'ਤੇ ਆਵੇਗਾ ਅਤੇ ਇਸ ਸਥਾਨ ਦੀ ਚਰਨ ਧੂੜ ਆਪਣੇ ਸਰੀਰ 'ਤੇ ਮਲੇਗਾ ਅਤੇ 7 ਚੌਂਕੀਆਂ ਇਸ ਸਥਾਨ 'ਤੇ ਭਰੇਗਾ, ਉਸ ਨੂੰ ਦਰਦਾਂ ਦੇ ਰੋਗ ਤੋਂ ਨਿਵਰਤੀ ਮਿਲ ਜਾਏਗੀ। ਤੁਹਾਡਾ ਨਾਮ ਦੇਸਾਂ ਪ੍ਰਦੇਸਾਂ ਵਿੱਚ ਪ੍ਰਸਿੱਧ ਹੋਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੱਲ ਜੀ ਨੂੰ ਅਨੇਕਾਂ ਵਰ ਦਿੰਦੇ ਹੋਏ ਉਹਨਾਂ ਦੀ ਭਗਤੀ ਤੇ ਸਿਮਰਨ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਤੁਹਾਡੇ ਨਾਮ ਦੀ ਵਡਿਆਈ ਹਮੇਸ਼ਾ ਲਈ ਅਮਰ ਤੇ ਅਟਲ ਹੈ। ਤੁਸੀਂ ਪਰਮਾਤਮਾ ਦੇ ਸੱਚੇ ਸੇਵਕ ਹੋ। ਅੱਜ ਤੋਂ ਤੁਸੀਂ ਵੀ ਰੋਗ ਕੱਟਣ ਦੇ ਸਮਰੱਥ ਹੋ ਗਏ ਹੋ। ਤੁਸੀਂ ਵਡਭਾਗੀ ਹੋ ਕਿ ਪਰਮਾਤਮਾ ਦੀ ਤੁਹਾਡੇ 'ਤੇ ਅਪਾਰ ਕਿਰਪਾ ਹੋਈ ਹੈ। ਜੋ ਪ੍ਰਾਣੀ ਦਰਦਾਂ ਦੇ ਰੋਗ ਦਾ ਗ੍ਰਸਿਆ ਹੋਇਆ ਇਸ ਸਥਾਨ 'ਤੇ ਆ ਕੇ ਗੁਰੂ ਜਦ ਸੁਣੇਗਾ ਤੇ 7 ਚੌਂਕੀਆਂ ਭਰੇਗਾ, ਉਹ ਇਹ ਦਰਦਾਂ ਦੇ ਰੋਗ ਤੋਂ ਮੁਕਤੀ ਪ੍ਰਾਪਤ ਕਰ ਲਵੇਗਾ ਤੇ ਸੰਸਾਰ ਸਾਗਰ ਤੋਂ ਪਾਰ ਉਤਰੇਗਾ। ਚੌਂਕੀ ਜਾਂ ਚੌਕੀ ਬਾਰੇ ਵੀ ਵਿਚਾਰ ਕਰਨੀ ਜ਼ਰੂਰੀ ਹੈ
ਕਿ ਇਸ ਦਾ ਅਰਥ ਕੀ ਹੈ। ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਜ਼ਿਕਰ ਕਰਦੇ ਹਨ, ਚੌਂਕੀ ਭਾਵ 4 ਪਹਿਰੇਦਾਰਾਂ ਦੀ ਟੋਲੀ, 4 ਰਾਗੀਆਂ ਦੀ ਮੰਡਲੀ, ਭਜਨ ਮੰਡਲੀ ਜੋ ਪਰਿਕਰਮਾ ਕਰਦੀ ਹੋਈ ਸ਼ਬਦ ਗਾਵੇ। ਪਰ ਸਿੱਖ ਵਿਚਾਰਧਾਰਾ ਅਨੁਸਾਰ ਡਰ ਜਾਂ ਭੈ ਅੰਦਰ ਜਾਂ ਬਾਹਰੋਂ ਹੋਵੇ ਤਾਂ ਉਸ ਨੂੰ ਪਹਿਰਾ ਗੁਰੂ ਦੇ ਸ਼ਬਦ ਦਾ ਹੀ ਹੁੰਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਲੋਂ 4 ਚੌਂਕੀਆਂ ਦੀ ਸਥਾਪਨਾ ਕੀਤੀ ਗਈ ਸੀ। ਪਹਿਲੀ ਅੰਮ੍ਰਿਤ ਵੇਲਾ ਆਸਾ ਦੀ ਵਾਰ ਦੀ ਚੌਂਕੀ, ਦੂਜੀ ਸਵਾ ਪਹਿਰ ਦਿਨ ਚੜ੍ਹੇ ਚਰਨ ਕਮਲ ਦੀ ਚੌਂਕੀ, ਤੀਜੀ ਸਾਂਝ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਦੀ ਚੌਂਕੀ ਤੇ ਚੌਥੀ 4 ਘੜੀ ਰਾਤ ਬੀਤਣ ਤੇ ਕਲਿਆਣ ਦੀ ਚੌਂਕੀ। ਚੌਂਕੀਆਂ ਤੋਂ ਭਾਵ ਇਹ ਹੈ ਕਿ ਗੁਰੂ ਚਰਨਾਂ ਵਿੱਚ ਬੈਠ ਕੇ ਕੀਰਤਨ ਸੁਣਨਾ। ਬਾਬਾ ਮੱਲ ਜੀ ਦੀ ਉਹ ਕੁਟੀਆ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਗੁਰਸਿੱਖਾਂ ਨੇ ਚਰਨ ਪਾਏ ਸਨ, ਉੱਥੇ ਅੱਜ ਗੁਰਦੁਆਰਾ ਮਾਲੜੀ ਸਾਹਿਬ ਬਾਬਾ ਮੱਲ ਜੀ ਸੁਸ਼ੋਭਿਤ ਹੈ। ਇੱਥੇ ਹਰ ਸ਼ਨੀਵਾਰ ਦੀਵਾਨ ਸਜਦੇ ਹਨ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਲੂ ਆ ਕੇ ਹਾਜ਼ਰੀ ਭਰਦੇ ਹਨ ਤੇ ਆਪਣੀ ਦੇਹ ਅਰੋਗਤਾ ਲਈ ਅਰਦਾਸ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਨਾਲ ਲੱਖਾਂ ਸੰਗਤਾਂ ਤੰਦਰੁਸਤ ਹੋ ਕੇ ਗੁਰੂ ਜਸ ਕਰਦੀਆਂ ਹਨ। ਇਹ ਅਸਥਾਨ ਭਾਰਤ ਵਿੱਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪ੍ਰਸਿੱਧਤਾ ਪ੍ਰਾਪਤ ਕਰ ਚੁੱਕਾ ਹੈ। ਇਸ ਸਥਾਨ ਤੇ ਹਰ ਸਾਲ ਸਾਲਾਨਾ ਜੋੜ ਮੇਲਾ ਜੇਠ ਮਹੀਨੇ ਦੇ ਅਖੀਰਲੇ ਸ਼ਨੀਵਾਰ ਤੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਅਨੇਕਾਂ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ। ਸਾਧ ਸੰਗਤ ਜੀ, ਇਸ ਸਥਾਨ ਤੇ 7 ਚੌਂਕੀਆਂ ਭਰਨੀਆਂ ਪੈਂਦੀਆਂ ਹਨ। ਚੌਂਕੀ ਸ਼ਨੀਵਾਰ ਸਵੇਰ ਤੋਂ ਲੈ ਕੇ ਸ਼ਨੀਵਾਰ ਸਾਰੀ ਰਾਤ ਦੀ ਹੈ। ਚੌਂਕੀ ਭਰਨ ਵਾਲੇ ਦਿਨ ਮੰਜੀ ਪੀੜੀ ਚਾਰਪਾਈ ਤੇ ਨਹੀਂ ਬੈਠਣਾ, ਸਿਰਫ ਥੱਲੇ ਹੀ ਬਿਸਤਰ ਲਾ ਕੇ ਆਸਨ ਲਾਉਣਾ ਹੈ। ਦੂਰ ਤੋਂ ਆਉਣ ਵਾਲੀ ਯਾਤਰੂ ਸੰਗਤ ਇੱਕ ਪਹਿਲੀ ਚੌਂਕੀ ਇਸ ਸਥਾਨ ਤੇ, 5 ਚੌਂਕੀਆਂ ਘਰ ਤੇ 7ਵੀਂ ਚੌਂਕੀ ਫਿਰ ਇਸ ਸਥਾਨ ਤੇ ਭਰਨੀ ਹੈ। ਚੌਂਕੀ ਭਰਨ ਸਮੇਂ ਕੋਈ ਵੀ ਪ੍ਰਾਣੀ ਆਂਡਾ, ਮੀਟ, ਸ਼ਰਾਬ ਜਾਂ ਹੋਰ ਕਿਸੇ ਨਸ਼ੇ ਦੀ ਵਰਤੋਂ ਨਾ ਕਰੇ। ਦਰਦਾਂ ਦੇ ਰੋਗਾਂ ਦੀ ਦਵਾਈ ਦਾ ਇਸਤੇਮਾਲ ਨਹੀਂ ਕਰਨਾ। ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਮੱਲ ਜੀ ਤੇ ਭਰੋਸਾ ਰੱਖਣਾ ਹੈ। ਇਸ ਸਥਾਨ ਤੇ ਗੁਰੂ ਚਰਨਾਂ ਦੀ ਰਾਖ ਮਿਲਦੀ ਹੈ। ਰੋਗੀ ਪ੍ਰਾਣੀ ਆਪਣੇ ਸਰੀਰ ਤੇ ਰਾਖ ਨੂੰ ਮਲੇ ਤੇ ਨਮਕ ਦਾ ਪ੍ਰਸ਼ਾਦ ਲੈ ਕੇ ਦੋਨੋਂ ਸਮੇਂ ਸਵੇਰੇ ਤੇ ਸ਼ਾਮ ਨੂੰ ਛਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮ ਤਾ ਕਾ ਭਾਗੀ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। शरण तुम्हारी आयो, नानक के प्रभ साथ। दीन दर्द निवार ठाकुर, राखै जन की आप। तरन तारन हर निध, दुख न सकै व्याप। गुर का शब्द वसै मन जाकै, दुख दर्द भ्रमता का भागै। तुमरी दया ते होए दर्द विनाश, तुमरी माया ते कमल विगास। गुर के चरण कमल मन ध्याए, दुख दर्द इस तन ते जाए।